2011 ਤੋਂ ਲਗਭਗ ਰੋਜ਼ ਦਾ 3.5 ਲੱਖ ਰੁਪਈਆ ਇਹ ਕੰਪਨੀ ਲੈ ਰਹੀ ਸੀ। ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸ਼ਹਿਰ ਨੂੰ ਆ ਦੇ ਕੇ ਜਾ ਰਹੇ, ਤੁਸੀਂ ਦੇਖੋ। ਲੇਕਿਨ ਇਹ ਕੀ ਦੇ ਰਹੇ ਹੈ? ਇਹ ਜ਼ਹਿਰ ਦੇ ਰਹੇ ਹੈ, ਇਹ ਜ਼ਹਿਰ ਉਗਲ ਰਹੇ ਹੈ ਪਹਾੜ। ਪੀਪੀਸੀ ਨੇ ਲਗਭਗ ਕਦੀ 50 ਲੱਖ ਦਾ, ਕਦੀ 75 ਲੱਖ ਦਾ, ਕਦੀ 22 ਲੱਖ ਰੁਪਏ ਦਾ ਇਹਨਾਂ ਨੂੰ ਜੁਰਮਾਨਾ ਵੀ ਲਾਇਆ। ਲਗਭਗ ਕਰੋੜ ਤੋਂ 1.5 ਕਰੋੜ ਰੁਪਏ ਦੇ ਕਰੀਬ ਜੁਰਮਾਨਾ ਲੱਗ ਚੁੱਕਿਆ। ਪ੍ਰਾਈਮ ਉੱਤੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਜਦੋਂ ਅਸੀਂ ਅਕਸਰ ਦਿੱਲੀ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਦਿੱਲੀ ਐਂਟਰ ਹੋਣ ਤੋਂ ਪਹਿਲਾਂ ਖੱਬੇ ਪਾਸੇ ਸਾਨੂੰ ਇੱਕ ਵੱਡਾ ਕੂੜਾ ਢੇਰ ਮਿਲਦਾ, ਪਹਾੜ ਮਿਲਦਾ ਹੈ। ਸੋ ਜਿਹੜੇ ਮੇਰੇ ਵਰਗੇ ਲੋਕਾਂ ਨੂੰ ਨਹੀਂ ਪਤਾ ਸੀ ਵੀ ਲੁਧਿਆਣੇ ਵਿੱਚ ਵੀ ਅਜਿਹਾ ਪਹਾੜ, ਤੁਹਾਨੂੰ ਅੱਜ ਅਸੀਂ ਉਹ ਪਹਾੜ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਆ ਪਿੱਛੇ ਵੱਡਾ ਪਹਾੜ ਤੁਹਾਨੂੰ ਨਜ਼ਰ ਆ ਰਿਹਾ, ਜਿਹੜਾ ਤਾਜਪੁਰ ਜੇਲ੍ਹ ਦੇ ਸਾਹਮਣੇ ਜਿਹੜੀ ਰੋਡ ਪੈਂਦੀ ਹੈ, ਪੁਲੀ ਪੈਂਦੀ ਹੈ ਅੱਗੇ, ਉੱਥੋਂ ਇਹ ਸਾਰਾ ਡੰਪ ਕੀਤਾ ਜਾਂਦਾ ਕੂੜਾ। ਜਿਹੜਾ ਲੁਧਿਆਣੇ ਦੇ ਸ਼ਹਿਰ ਦਾ ਸਾਰਾ ਕੂੜਾ ਇੱਥੇ ਡੰਪ ਕੀਤਾ ਜਾਂਦਾ ਵਾ। ਇਹ ਇਸ ਤੋਂ ਪਿੱਛੇ ਵੀ ਪਹਾੜ ਇਸੇ ਤਰ੍ਹਾਂ ਤੁਹਾਨੂੰ ਦਿਖੇਗਾ, ਇਸ ਤੋਂ ਅੱਗੇ ਵੀ ਇਸੇ ਤਰ੍ਹਾਂ ਪਹਾੜ ਦਿਖੇ, ਦੇਖ ਸਕਦੇ ਹੋ। ਇਹਦੇ ਖੱਬੇ ਸੱਜੇ ਨੂੰ ਹਰ ਪਾਸੇ ਕੂੜੇ ਦੇ ਢੇਰ ਨਜ਼ਰ ਆ ਰਹੇ ਨੇ। ਦੇਖੋ ਕ੍ਰੇਨ ਹੈ ਜਿਹੜੀ ਉਹ ਆਪਣਾ ਕੂੜਾ ਜਿਹੜਾ ਲਿਫਟਿੰਗ ਦਾ ਕੰਮ ਹੈ ਉਹ ਇੱਥੇ ਕਰਦੀ ਹੈ, ਤੁਸੀਂ ਦੇਖ ਸਕਦੇ ਹੋ। ਵੱਡੇ ਇੱਥੇ ਕੂੜੇ ਦੇ ਪਹਾੜ ਨੇ। ਸੋ ਜਾਣਕਾਰੀ ਦਿੱਤੀ ਇੱਥੇ ਅਸੀਂ ਆਏ ਸੀਗੇ ਸੱਚਾ ਯਾਦਵ ਜਿਹੜੇ ਯੁਵਾ NGO ਟੀਮ ਹੈਗੇ, ਉਹਨਾਂ ਨਾਲ ਅਸੀਂ ਇੱਥੇ ਆਏ ਸੀ, ਜਿਹਨੇ ਸਾਰੀ ਇੱਥੇ ਆ ਕੇ ਇਹ ਮੁੱਦਾ ਚੱਕਿਆ ਹੈ। ਕਿਉਂਕਿ ਬੀਤੇ ਕੁਝ ਦਿਨਾਂ ਤੋਂ A to Z ਕੰਪਨੀ ਨੇ ਕੂੜਾ ਚੱਕਣ ਦਾ ਠੇਕਾ ਸੀਗਾ ਉਹ ਬੰਦ ਕਰ ਦਿੱਤਾ। ਨੋਟਿਸ ਦਿੱਤਾ ਸੀ ਨਗਰ ਨਿਗਮ ਨੂੰ, ਪੈਸੇ ਦੀ ਘਾਟ ਕਾਰਨ ਨਗਰ ਨਿਗਮ ਨੇ ਪੈਸੇ ਜਮ੍ਹਾਂ ਨਾ ਹੋਣ ਕਰਕੇ ਉਹਨਾਂ ਨੇ ਠੇਕਾ ਜਿਹੜਾ ਰੱਦ ਕਰ ਦਿੱਤਾ ਸੀ। ਸੋ ਜਾਣਕਾਰੀ ਦਿੱਤੀ ਹੈ ਕੁਮਾਰ ਗੌਰਵ ਹੋਰਾਂ ਨੇ ਵੀ ਇੱਥੇ ਰੋਜ਼ਾਨਾ 1100 ਮੈਟ੍ਰਿਕ ਟਨ ਜਿਹੜਾ ਕੂੜਾ ਇੱਥੇ ਡੇਲੀ ਆਉਂਦਾ ਹੈ। ਸੋ 15 ਲੱਖ ਟਨ ਮੈਟ੍ਰਿਕ ਟਨ ਜਿਹੜਾ ਨਿਗਮ ਅਧਿਕਾਰੀ ਆਪ ਮੰਨਦੇ ਨੇ ਵੀ ਇੱਥੇ ਕੂੜਾ ਪਿਆ ਵਾ। ਪਰ ਇੱਥੋਂ ਉਮੀਦ ਜਿਸ ਸਾਨੂੰ ਇੱਥੇ ਵੱਡੇ ਵੱਡੇ ਪਹਾੜ ਅੰਬਾਰ ਲੱਗੇ ਨੇ ਵੱਡੇ ਵੱਡੇ ਕੂੜੇ ਦੇ, ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਇੱਥੇ ਜਿਹੜਾ ਕੂੜਾ ਢੇਰ ਹੈ ਉਹ 15 ਲੱਖ ਮੈਟ੍ਰਿਕ ਟਨ ਤੋਂ ਕਿਤੇ ਜ਼ਿਆਦਾ ਹੈ। ਸੋ ਗੱਲ ਹੁੰਦੀ ਹੈ ਪ੍ਰੋਸੈਸਿੰਗ ਦੀ। ਪ੍ਰੋਸੈਸਿੰਗ ਪਲਾਂਟ ਵੀ ਅਗਲੇ ਪਾਸੇ ਲਗਾਇਆ ਗਿਆ ਵਾ। ਸੋ ਤੁਸੀਂ ਦੇਖ ਸਕਦੇ ਹੋ ਵੱਡਾ ਇੱਥੇ ਕੂੜਾ ਢੇਰ ਤੁਹਾਨੂੰ ਨਜ਼ਰ ਆ ਰਿਹਾ ਵਾ। ਇਹ ਲੁਧਿਆਣਾ ਸ਼ਹਿਰ ਦੀ ਖੂਬਸੂਰਤੀ ਨੂੰ ਕਲੰਕ ਲਗਾ ਰਿਹਾ ਜਿਹੜਾ ਕੂੜਾ ਢੇਰ, ਤੁਸੀਂ ਦੇਖ ਸਕਦੇ ਹੋ। ਇੱਕ ਪਾਸੇ ਇੱਥੇ ਹੀ ਗੱਲ ਕਰਦੇ ਹਾਂ ਸਮਾਰਟ ਸਿਟੀ ਦੀ, ਤਾਂ ਦੂਜੇ ਪਾਸੇ ਇੱਕ ਅਜਿਹੇ ਜਦੋਂ ਪਹਾੜ ਸਾਨੂੰ ਅੰਬਰ ਦੇਖਣ ਨੂੰ ਮਿਲਦੇ ਨੇ, ਕੂੜੇ ਢੇਰ ਦੇਖਣ ਨੂੰ ਮਿਲਦੇ ਨੇ, ਤਾਂ ਸਾਡਾ ਜਿਹੜਾ ਸ਼ਰਮਸਾਰ ਅਸੀਂ ਹੁੰਦੇ ਹਾਂ। ਸੋ ਕੁਮਾਰ ਗੁਰੂ ਇੱਥੇ ਸਾਡੇ ਨਾਲ ਹਾਜ਼ਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਾਰੇ ਮੁੱਦੇ ਹੀ ਚਾਨਣਾ ਪਾਵਾਂਗੇ। ਅਸਲ 'ਚ ਮੁੱਦਾ ਹੈ ਕੀ ਕਾਰਨ ਹੈ ਵੀ ਇਹ ਐਡੇ ਵੱਡੇ ਢੇਰ ਕੂੜੇ ਦੇ ਕਿਉਂ ਲੱਗੇ ਨੇ, ਤੇ ਅੱਗੇ ਇਸ ਵਾਸਤੇ ਨਗਰ ਨਿਗਮ ਕੀ ਕਰ ਰਿਹਾ। ਸਾਰੀ ਜਾਣਕਾਰੀ ਲਈ ਅਸੀਂ ਕੁਮਾਰ ਗੌਰਵ ਜਿਹੜੇ ਸੱਚਾ ਯਾਦਵ NGO ਦੇ ਮੁਖੀ ਨਾਲ ਗੱਲਬਾਤ ਕਰਾਂਗੇ। ਆਓ ਜੀ। ਸੋ ਸਾਡੇ ਨਾਲ ਸੱਚਾ ਯਾਦਵ ਹੈਗੇ ਨਾਲ ਗੱਲਬਾਤ ਕਰਾਂਗੇ। ਗੌਰਵ ਜੀ, ਕੀ ਸਾਰਾ ਮਾਮਲਾ ਹੈਗਾ ਵਾ? ਕੂੜੇ ਦਾ ਢੇਰ ਇੱਥੇ ਲੱਗਿਆ ਵਾ, ਵੱਡੇ ਅੰਬਾਰ ਨਜ਼ਰ ਆ ਰਹੇ। ਮੈਂ ਪਹਿਲਾਂ ਜਿਵੇਂ ਗੱਲ ਕਰਕੇ ਹਟਿਆ ਵਾਂ ਵੀ ਅਸੀਂ ਦਿੱਲੀ ਐਂਟਰ ਕਰਦੇ ਸਾਨੂੰ ਖੱਬੇ ਪਾਸੇ ਕੂੜਾ ਢੇਰ ਨਜ਼ਰ ਆਉਂਦਾ ਸੀਗਾ। ਇਹ ਕੂੜਾ ਢੇਰ ਮੈਂ ਵੀ ਪਹਿਲੀ ਵਾਰ ਦੇਖਿਆ, ਮਤਲਬ ਲੁਧਿਆਣੇ ਵਾਸੀ ਨੇ ਕੂੜੇ ਢੇਰ ਬਾਰੇ ਜਾਣਕਾਰੀ ਨਹੀਂ ਹੈਗੀ। ਥੋੜੀ ਜਾਣਕਾਰੀ ਸਾਂਝੀ ਕਰੋ, ਕੀ ਕਾਰਨ ਹੈ ਐਡਾ ਵੱਡੇ ਕੂੜੇ ਅੰਬਾਰ ਲੱਗਣ ਦੇ? ਬਿਲਕੁਲ, ਲੁਧਿਆਣੇ ਵਾਲਿਆਂ ਨੂੰ ਇਹ ਢੇਰ ਦਿਖਾਣੇ ਬਹੁਤ ਜ਼ਰੂਰੀ ਸੀ, ਸਾਡੇ ਸਿਸਟਮ ਨੂੰ ਦਿਖਾਣੇ ਜ਼ਰੂਰੀ ਸੀ, ਸਾਡੇ ਪੋਲੀਟੀਸ਼ੀਅਨਸ ਨੂੰ ਦਿਖਾਣੇ ਜ਼ਰੂਰੀ ਸੀ, ਸਾਡੀ ਆਵਾਮ ਨੂੰ, ਸਾਡੇ ਕਾਰਪੋਰੇਸ਼ਨ ਨੂੰ ਜਗਾਉਣਾ ਜ਼ਰੂਰੀ ਸੀ। ਦੇਖੋ ਮੈਂ ਅੱਗੇ ਵੀ ਕਹਿਣਾ ਵਾ ਕਿ ਯੁਵਾ NGO ਟੀਮ ਸੱਚਾ ਯਾਦਵ ਦੀ ਲੜਾਈ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹੈ, ਉਹਦੀ ਲੜਾਈ ਤਾਂ ਸਿਸਟਮ ਦੇ ਨਾਲ ਹੈ। ਉਹ ਸਿਸਟਮ ਦੇ ਵਿੱਚ ਸਾਡਾ ਸਭ ਕੁਝ ਆਉਂਦਾ ਹੈ। ਸਿਸਟਮ ਦੇ ਸਾਡੇ ਪੋਲੀਟੀਸ਼ੀਅਨ ਵੀ ਆਉਂਦੇ ਹੈ, ਸਾਡੇ ਅਧਿਕਾਰੀ ਵੀ ਆਉਂਦੇ ਹੈ, ਔਰ ਅਸੀਂ ਖੁਦ ਵੀ ਹਾਂ। ਅਸੀਂ ਖੁਦ ਵੀ ਗਲਤ ਹਾਂ। ਅਸੀਂ ਖੁਦ ਹੀ ਆਪਣੀ ਜ਼ਿੰਮੇਵਾਰੀ ਕਿੱਥੇ ਨਿਭਾਉਂਦੇ ਪਏ ਹਾਂ। ਜਦ ਕਾਰਪੋਰੇਸ਼ਨ ਨੇ ਟਾਈਮ ਤੋਂ ਕਹਿੰਦੀ ਪਈ ਹੈ ਕਿ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਕਰੋ, ਅਸੀਂ ਨਹੀਂ ਸਮਝਦੇ ਪਏ। ਅਸੀਂ ਕਿਉਂ ਨਹੀਂ ਸਮਝਦੇ ਪਏ? ਗਿੱਲਾ ਕੂੜਾ ਸੁੱਕਾ ਕੂੜਾ ਜੇ ਅਸੀਂ ਅਲੱਗ ਨਹੀਂ ਕਰਾਂਗੇ ਤਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸ਼ਹਿਰ ਨੂੰ ਆ ਦੇ ਕੇ ਜਾ ਰਹੇ। ਤੁਸੀਂ ਦੇਖੋ ਆ ਮਨਾਲੀ ਮਸੂਰੀ ਦੇ ਪਹਾੜ ਨਹੀਂ ਹੈ, ਇਹ ਕੂੜੇ ਦੇ ਪਹਾੜ ਹੈ। ਮਨਾਲੀ ਮਸੂਰੀ ਦੇ ਪਹਾੜ ਤਾਂ ਜ਼ਿੰਦਗੀ ਦਿੰਦੇ ਆ, ਤਾਜ਼ੀ ਆਬੋ ਹਵਾ ਦਿੰਦੇ ਆ, ਆਕਸੀਜਨ ਦਿੰਦੇ ਆ, ਲੇਕਿਨ ਇਹ ਕੀ ਦੇ ਰਹੇ ਹੈ? ਇਹ ਜ਼ਹਿਰ ਦੇ ਰਹੇ ਹੈ, ਇਹ ਜ਼ਹਿਰ ਉਗਲ ਰਹੇ ਆ ਪਹਾੜ। ਇਹ ਕਈ ਸਾਲ ਤੱਕ ਇਹ ਕੂੜਾ ਖਤਮ ਨਹੀਂ ਹੋਏਗਾ ਜੇ ਇਹਦੀ ਪ੍ਰੋਸੈਸਿੰਗ ਨਹੀਂ ਕੀਤੀ ਜਾਏਗੀ। ਮੇਰੀ ਇੱਕ ਨਿੱਜੀ ਕੰਪਨੀ ਨਾਲ ਵੀ ਪਿੱਛੇ ਗੱਲ ਹੋਈ ਸੀਗੀ ਕਿ ਜੇ ਇਹ ਕੂੜਾ ਖਤਮ ਕਰਨਾ ਵਾ ਤਾਂ ਸਹੀ ਤਰ੍ਹਾਂ ਦੀ ਅਗਰ ਪ੍ਰੋਸੈਸਿੰਗ ਹੋਏਗੀ ਤਾਂ ਦਿਨ ਰਾਤ ਅਗਰ 3 ਤੋਂ 4 ਸਾਲ ਕੰਮ ਚੱਲੇਗਾ ਤਾਂ ਜਾ ਕੇ ਇਹ ਕੂੜਾ ਖਤਮ ਹੋ ਸਕਦਾ। ਇਹ ਕੋਈ ਥੋੜਾ ਕੂੜਾ ਨਹੀਂ ਹੈ। ਇਹ ਪਹਾੜ ਜਿਹੜੇ ਹੈਗੇ ਆ ਇਹ 15 ਲੱਖ ਮੈਟ੍ਰਿਕ ਟਨ ਦੇ ਪਹਾੜ ਹੈਗੇ ਆ, ਸ਼ਾਇਦ ਇਸ ਤੋਂ ਵੀ ਜ਼ਿਆਦਾ ਵਾ। ਉਹ ਲਗਭਗ ਹਰ ਰੋਜ਼ 1100 ਮੈਟ੍ਰਿਕ ਟਨ ਕੂੜਾ ਲੁਧਿਆਣੇ ਸ਼ਹਿਰ ਵਿੱਚੋਂ ਨਿਕਲ ਕੇ ਇੱਥੇ ਆ ਰਿਹਾ ਵਾ। 12 ਦਿਨਾਂ ਤੋਂ ਪ੍ਰੋਸੈਸਿੰਗ ਨਹੀਂ ਹੋ ਰਹੀ। ਉਸ ਤੋਂ ਪਹਿਲਾਂ ਵੀ ਜਿਹੜੀ ਕੰਪਨੀ 9 ਸਾਲਾਂ ਤੋਂ ਕੰਮ ਕਰਦੀ ਪਈ ਹੈ, ਜਿਹੜੀ ਦਾਅਵਾ ਕਰਦੀ ਹੈ ਕਿ ਮੇਰੇ ਤੋਂ ਘੱਟ ਰੇਟ ਤੇ ਕੰਮ ਕੋਈ ਕਰ ਹੀ ਨਹੀਂ ਸਕਦਾ ਜੀ, ਮੈਂ ਘੱਟ ਰੇਟ ਲੈਂਦਾ ਸੀਗਾ, ਸ਼ਾਇਦ ਇਸੇ ਕਰਕੇ ਉਹ ਢਿੱਲਾ ਕੰਮ ਕਰਦੀ ਪਈ ਸੀਗੀ। ਜਿਸ ਲੈਵਲ ਤੇ ਇੱਥੇ ਪ੍ਰੋਸੈਸਿੰਗ ਹੋਣੀ ਚਾਹੀਦੀ ਸੀਗੀ ਉਹ ਪ੍ਰੋਸੈਸਿੰਗ ਇੱਥੇ ਨਹੀਂ ਹੋ ਰਹੀ ਸੀ ਧੁੰਨਾ ਜੀ। ਉਸ ਤੋਂ ਇਲਾਵਾ ਇਸ ਮੈਂ ਦੱਸਣਾ ਚਾਹੂੰਗਾ ਕਿ ਸੁੱਕੇ ਕੂੜੇ ਤੋਂ ਅਲੱਗ ਵਿਕ ਜਾਂਦਾ ਵਾ, ਜਿਹੜਾ ਗਿੱਲਾ ਕੂੜਾ ਵਾ ਉਹਦੇ ਤੋਂ RDF ਨਾਮਕ ਫਿਊਲ ਬਣਦਾ ਵਾ। ਉਹ ਫਿਊਲ ਜਿਹੜੀ ਇਹ ਕੰਪਨੀ ਹੈ ਇਹਦਾ ਕਹਿਣਾ ਵਾ ਕਿ ਅਸੀਂ ਨਕੋਦਰ ਦੇ ਕੋਲ ਕਿਸੇ ਥਰਮਲ ਪਲਾਂਟ ਨੂੰ ਦਿੰਦੇ ਸੀਗੇ, ਸਾਨੂੰ ਉੱਥੋਂ ਪੈਸੇ ਵੀ ਨਹੀਂ ਸਹੀ ਤਰ੍ਹਾਂ ਮਿਲਦੇ ਸੀਗੇ, ਪੂਰੇ ਪੈਸੇ ਨਹੀਂ ਮਿਲਦੇ ਸੀਗੇ, ਸਾਨੂੰ ਉੱਥੋਂ ਘਾਟਾ। ਉੱਥੋਂ ਦੇ ਕਹਿਣਾ ਸੀ ਸਾਨੂੰ 7-8 ਮਹੀਨਿਆਂ ਤੋਂ ਕਾਰਪੋਰੇਸ਼ਨ ਨੇ ਪੈਸੇ ਨਹੀਂ ਦਿੱਤੇ, ਸਾਡਾ 7 ਕਰੋੜ 8 ਕਰੋੜ ਬਕਾਇਆ ਵਾ। ਕਾਰਪੋਰੇਸ਼ਨ ਦਾ ਕਹਿਣਾ ਵਾ ਕਿ ਪਿਛਲੇ 9 ਸਾਲਾਂ ਤੋਂ ਇਸ ਕੰਪਨੀ ਨਾਲ ਸਾਡਾ ਕਰਾਰ ਸੀਗਾ। ਉਸ ਟਾਈਮ ਸਰਕਾਰ ਦੂਸਰੀ ਸੀਗੀ, ਉਸ ਟਾਈਮ ਤੋਂ 2011 ਤੋਂ ਇਸ ਕੰਪਨੀ ਦਾ A to Z ਦਾ ਕਰਾਰ ਸੀਗਾ ਸਾਡੇ ਨਗਰ ਨਿਗਮ ਦੇ ਨਾਲ। ਔਰ
2011 ਤੋਂ ਲਗਭਗ ਰੋਜ਼ ਦਾ 3.5 ਲੱਖ ਰੁਪਈਆ ਇਹ ਕੰਪਨੀ ਲੈ ਰਹੀ ਸੀ। ਜੀ ਹਿਸਾਬ ਲਗਾਓ, ਮਹੀਨੇ ਦਾ ਮੇਰੇ ਖਿਆਲ ਨਾਲ ਕਿੰਨਾ ਹੋ ਗਿਆ, ਸਾਲ ਦਾ ਕੋਈ 12 ਤੋਂ 13 ਕਰੋੜ ਰੁਪਇਆ ਹੋ ਗਿਆ, ਔਰ 9 ਸਾਲਾਂ 'ਚ ਕੋਈ 136-37 ਕਰੋੜ ਰੁਪਏ ਦੇ ਕਰੀਬ ਮੇਰੇ ਖਿਆਲ ਨਾਲ ਅਸੀਂ ਕੰਪਨੀ ਨੂੰ ਦੇ ਚੁੱਕੇ ਹੋਏ ਹਾਂ। ਸੋ ਹੈਰਾਨੀ ਵਾਲੀ ਗੱਲ ਹੈ, ਇੰਨਾ ਪੈਸਾ ਦੇਣ ਦੇ ਬਾਵਜੂਦ, ਸਭ ਕੁਝ ਕਰਨ ਦੇ ਬਾਵਜੂਦ ਵੀ ਉਹ ਕੰਪਨੀ ਕਹਿੰਦੀ ਹੈ ਕੰਮ ਛੱਡ ਕੇ ਚਲੇ ਜਾਣਾ। ਜਾਂ ਮੈਂ ਇਹ ਕਹੂੰਗਾ ਕਿ ਉਹਨੇ ਨੋਟਿਸ ਦਿੱਤਾ, ਜੋ ਕੰਪਨੀ ਦਾ ਕਹਿਣਾ ਹੈ ਕਿ ਅਸੀਂ 45 ਦਿਨ ਦਾ ਨੋਟਿਸ ਦਿੱਤਾ, ਉਸ ਤੋਂ ਉੱਪਰ ਵੀ ਅੱਜ 12-15 ਦਿਨ ਹੋ ਗਏ, ਲਗਭਗ 2 ਮਹੀਨੇ ਹੋ ਗਏ। ਸੋ ਪਹਿਲਾਂ ਤਾਂ ਕਾਰਪੋਰੇਸ਼ਨ ਨੂੰ ਇਹ ਚਾਹੀਦਾ ਸੀਗਾ ਕਿ ਉਹ ਉਸ ਚੀਜ਼ ਨੂੰ ਮਜ਼ਾਕ ਨਾ ਸਮਝਦੀ, ਔਰ ਦੋਨਾਂ ਪਾਸੋਂ ਮਜ਼ਾਕ ਕਿ ਇਹ ਨਹੀਂ ਜਾਏਗਾ ਜਾਂ ਇਹ ਨਹੀਂ ਜਾਏਗਾ, ਇਹਨੇ ਕਿੱਥੇ ਜਾਣਾ ਵਾ, ਸ਼ਾਇਦ ਇਸੇ ਚੱਕਰ ਦੇ ਵਿੱਚ ਆ 60 ਦਿਨ ਹੋ ਗਏ। ਉਹ 60 ਦਿਨਾਂ ਦੇ ਵਿੱਚ ਹੁਣ ਟੈਂਡਰ ਕਦੋਂ ਲਗਾਏ ਜਾਣਗੇ, ਕਦੋਂ ਟਾਈਮ ਆਏਗਾ, ਕਦੋਂ ਕੰਪਨੀ ਆਏਗੀ। ਜੇ ਕੰਪਨੀ ਆਏਗੀ ਵੀ ਨਵੀਂ, ਹੁਣ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਟੈਂਡਰ ਜਿਹੜਾ ਸੀਗਾ, ਕਿਉਂਕਿ ਲੁਧਿਆਣੇ ਸ਼ਹਿਰ ਦਾ ਕੂੜਾ 3 ਚੀਜ਼ਾਂ ਡਿਵਾਈਡ ਸੀ, ਕਲੈਕਸ਼ਨ, ਲਿਫਟਿੰਗ ਤੇ ਪ੍ਰੋਸੈਸਿੰਗ। ਕਲੈਕਸ਼ਨ ਉਹ ਜਿਹੜਾ ਘਰੋਂ ਰੇੜੇ ਦੇ ਉੱਤੇ ਕੂੜਾ ਤੁਹਾਡਾ ਚੱਕਿਆ ਜਾਂਦਾ ਸੀਗਾ, ਘਰ ਦੇ ਬਾਹਰ ਜਦੋਂ ਬੰਦਾ ਆਂਦਾ ਸੀਗਾ, ਗੇਟ ਖੜਕਾਉਂਦਾ ਸੀ, ਕੂੜਾ, ਉਹ ਕੂੜਾ ਲੈ ਕੇ ਆਓ, ਗਿੱਲਾ ਸੁੱਕਾ ਕੂੜਾ ਤੁਸੀਂ ਅਲੱਗ ਉਹਨੂੰ ਦੇ ਦਿੰਦੇ ਸੀਗੇ। 2016 ਤੋਂ ਐਨਜੀਟੀ ਨੇ ਡੰਡਾ ਕੱਸਿਆ ਸੀਗਾ ਕਿ ਸੁੱਕਾ ਗਿੱਲਾ ਕੂੜਾ ਅਲੱਗ ਕਰੋ, ਤੇ ਉਹ ਕੂੜਾ ਜਿਹੜਾ ਸਾਡੇ ਰੇੜੇ ਵਾਲੇ ਸੀਗੇ, ਉਹ ਕੂੜਾ ਜਿਹੜਾ ਚੱਕ ਕੇ ਵਾਰਡ ਦਾ ਡੰਪ ਸੀਗਾ ਉੱਥੇ ਤੱਕ ਸੁੱਟ ਦਿੰਦੇ ਸੀਗੇ, ਇਹਨੂੰ ਕਹਿੰਦੇ ਸੀ ਕਲੈਕਸ਼ਨ। ਉਸ ਤੋਂ ਬਾਅਦ ਆਂਦਾ ਹੈ ਲਿਫਟਿੰਗ ਜਿਹੜਾ ਕਿ ਉਸ ਵਾਰਡ ਦੇ ਡੰਪ ਤੋਂ ਕੂੜਾ ਟਿੱਪਰਾਂ 'ਚ ਭਰ ਕੇ ਇੱਥੇ ਸੁੱਟਿਆ ਜਾਂਦਾ ਸੀਗਾ, ਇਹਨੂੰ ਕਹਿੰਦੇ ਲਿਫਟਿੰਗ। ਉਸ ਤੋਂ ਬਾਅਦ ਆਂਦਾ ਸੀ ਪ੍ਰੋਸੀਜਿੰਗ। ਲਿਫਟਿੰਗ ਬੜੀ ਆਸਾਨ ਹੈ ਤੁਨਾ ਜੀ, ਕਲੈਕਸ਼ਨ ਬੜੀ ਆਸਾਨ ਹੈ ਤੁਨਾ ਜੀ, ਲੇਕਿਨ ਵੱਟ ਨਿਕਲਦੇ ਆ ਪ੍ਰੋਸੈਸਿੰਗ ਦੇ ਵਿੱਚ, ਔਰ ਉਹੀ ਇਸ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋਈ। ਜੇ ਸਹੀ ਤਰ੍ਹਾਂ ਪ੍ਰੋਸੈਸਿੰਗ ਹੋਈ ਹੁੰਦੀ ਤਾਂ ਅੱਜ ਇੰਨਾ ਕੂੜਾ ਨਾ ਹੁੰਦਾ। ਲੇਕਿਨ ਇਹਦਾ ਜ਼ਿੰਮੇਵਾਰ ਕੌਣ, ਇਹਦੀ ਜ਼ਿੰਮੇਵਾਰੀ ਕਿਹਦੀ ਸੀਗੀ? ਮੈਨੂੰ ਇਹ ਵੀ ਪਤਾ ਚੱਲਿਆ ਹੋਇਆ ਕਿ ਕਾਫੀ ਟਾਈਮ ਤੋਂ ਸਾਡੇ ਨਗਰ ਨਿਗਮ ਨੂੰ ਐਨਜੀਟੀ ਦੀ ਡੰਡਾ ਚੜ੍ਹਨ ਤੋਂ ਬਾਅਦ ਪੀਪੀਸੀ ਨੇ ਲਗਭਗ ਕਦੀ 50 ਲੱਖ ਦਾ, ਕਦੀ 75 ਲੱਖ ਦਾ, ਕਦੀ 22 ਲੱਖ ਰੁਪਏ ਦਾ ਇਹਨਾਂ ਨੂੰ ਜੁਰਮਾਨਾ ਵੀ ਲਾਇਆ। ਲਗਭਗ ਕਰੋੜ ਤੋਂ 1.5 ਕਰੋੜ ਰੁਪਏ ਦੇ ਕਰੀਬ ਜੁਰਮਾਨਾ ਲੱਗ ਚੁੱਕਿਆ। ਈਵਨ ਕਿ ਲਾਕਡਾਊਨ ਦੇ ਵਿੱਚ ਪੀਪੀਸੀ ਨੇ ਦੇਖਿਆ ਕਿ ਪ੍ਰੋਸੈਸਿੰਗ ਜਿਹੜੀ ਸੀਗੀ ਉਹ ਇਹ ਕੰਪਨੀ ਜਿਹੜੀ ਸੀ A to Z ਨਹੀਂ ਕਰ ਰਹੀ ਸੀ, ਲਗਭਗ ਉਹਨੂੰ ਵੀ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੋਇਆ ਵਾ। ਸੋ ਜੁਰਮਾਨੇ ਦੇ ਜਿਹੜੇ ਪੈਸੇ ਸੀਗੇ ਉਹ ਨਗਰ ਨਿਗਮ ਆਪਣੀ ਜੇਬ 'ਚੋਂ ਦੇਣੇ ਨਹੀਂ। A to Z ਮੈਂ ਕਹੂੰਗਾ ਕਿੱਥੋਂ ਉਹ ਪੈਸਾ ਜਿਹੜਾ ਹੈਗਾ ਵਾ, ਉਹ ਪੈਸਾ ਕਾਰਪੋਰੇਸ਼ਨ ਦਾ ਪੈਸਾ, ਲੋਕਾਂ ਦੀ ਜੇਬ 'ਚੋਂ ਨਿਕਲਿਆ ਹੋਇਆ ਪੈਸਾ, ਲੋਕਾਂ ਦਾ ਟੈਕਸਾਂ ਦਾ ਪੈਸਾ ਵਾ। ਜੇ ਮੈਂ ਇੰਨੀ ਗੱਲ ਕਹਾਂ ਕਿ ਉਹ ਪੈਸਾ ਜਿਹੜਾ ਹੈਗਾ ਵਾ ਨਗਰ ਨਿਗਮ ਦੇ ਅਧਿਕਾਰੀ ਆਪਣੀ ਜੇਬ 'ਚੋਂ ਦੇਣਗੇ, 2 ਦਿਨ ਵੀ ਤਨਖਾਹ ਲੇਟ ਹੋ ਜਾਂਦੀ ਹੈ ਤਾਂ ਸ਼ਾਇਦ ਨਗਰ ਨਿਗਮ ਦੇ ਅਧਿਕਾਰੀ ਬੁਖਲਾ ਜਾਂਦੇ ਹੋਣਗੇ। ਸੋ ਉਸੇ ਤਰੀਕੇ ਅੱਜ ਲੁਧਿਆਣੇ ਸ਼ਹਿਰ ਨੂੰ ਜਿਸ ਕੂੜੇ ਦੇ ਢੇਰ ਤੇ, ਜਿਸ ਬਾਰੂਦ ਦੇ ਢੇਰ ਤੇ ਆਪਾਂ ਬਿਠਾ ਦਿੱਤਾ ਹੋਇਆ, ਇਹ ਬਹੁਤ ਗਲਤ ਗੱਲ ਹੈ। ਇਹ ਕੂੜਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਪਾਣੀ ਸਿਮਦਾ ਹੋਏਗਾ, ਇਹ ਟੌਕਸਿਕ ਬਣਦੇ ਹੋਣਗੇ, ਇਹ ਹਵਾ ਨੂੰ ਪੋਲਿਊਟਡ ਕਰਦੇ ਹੋਣਗੇ, ਜਗ੍ਹਾ ਨੂੰ ਪੋਲਿਊਟਡ ਕਰਦੇ ਹੋਣਗੇ। ਲੁਧਿਆਣੇ ਦਾ ਇਹ ਮੁੱਦਾ ਗੰਦੇ ਨਾਲੇ ਨਾਲੋਂ ਘੱਟ ਕੋਈ ਬੜਾ ਮੁੱਦਾ ਨਹੀਂ ਹੈ। ਤੁਸੀਂ ਕਹਿੰਦੇ ਸਿਆਸਤ ਨਹੀਂ ਹੋਣੀ, ਬੀਜੇਪੀ ਕਹਿੰਦੇ ਵੀ ਕਾਂਗਰਸ ਪਾਰਟੀ ਨੇ ਆਪਣੇ ਲੋਕਾਂ ਨੂੰ ਠੇਕਾ ਦੇਣਾ, ਕਿਉਂਕਿ A to Z ਤੇ ਐਲੀਗੇਸ਼ਨ ਲੱਗਦੇ ਸੀ ਵੀ ਇਹ ਕਿਸੇ ਵੱਡੇ ਅਕਾਲੀ ਆਗੂ ਨਾਲ ਸਾਂਝ ਗਾਂਠ ਵਾਲੀ ਜਿਹੜੀ ਕੰਪਨੀ ਹੈਗੀ ਆ। ਬੀਜੇਪੀ ਵੀ ਇਹੀ ਕਹਿੰਦੀ ਹੈ ਵੀ ਆਪਣੇ ਕਿਸੇ ਬੰਦੇ ਨੂੰ ਠੇਕਾ ਦੇਣ ਵਾਸਤੇ ਅਜਿਹਾ ਕੀਤਾ ਜਾ ਰਿਹਾ, ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਲੋਕਾਂ ਦੇ ਪੈਸੇ ਨਾਲ। ਦੇਖੋ ਤੁਨਾ ਜੀ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਸਿਆਸਤਦਾਨ ਪਾਰਟੀਆਂ ਆਖਰੀ ਸਾਲ ਹੀ ਕਿਉਂ ਜਾਗਦੀਆਂ? ਇਲੈਕਸ਼ਨ ਵਾਲੇ ਸਾਲ 'ਚ ਸਭ ਨੂੰ ਸ਼ਹਿਰ ਦੀ ਚਿੰਤਾ ਕਿਉਂ ਯਾਦ ਆਉਂਦੀ ਹੈ? 4 ਸਾਲ ਕਿੱਥੇ ਸੀ ਜਦੋਂ ਸ਼ਹਿਰ ਦੇ ਹੋਰ, ਚਾਹੇ ਉਹ ਜੋਧੇਵਾਲ ਬਸਤੀ ਵਾਲਾ ਪੁਲ ਸੀ, ਜਗਰਾਓਂ ਵਾਲਾ ਪੁਲ ਸੀ, ਜਦੋਂ ਸੱਚਾ ਜ਼ਿਆਦਾ ਮੁੱਦੇ ਚੱਕਦਾ ਪਿਆ ਸੀਗਾ, ਉਦੋਂ ਸਿਆਸਤਦਾਨ ਪਾਰਟੀਆਂ ਕਿੱਥੇ ਸੀ? ਸੋ ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਗਲਤ ਨਹੀਂ ਕਹਿੰਦਾ, ਬੁਰਾ ਨਹੀਂ ਕਹਿੰਦਾ, ਬਟ ਮੇਰੀ ਜਿਹੜੀ ਲੜਾਈ ਹੈ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਨੂੰ ਕੋਈ ਮਤਲਬ ਨਹੀਂ ਹੈ। ਮੇਰੀ ਜਿਹੜੀ ਲੜਾਈ ਹੈ ਸਿਸਟਮ ਦੇ ਨਾਲ ਹੈ। ਉਹ ਸਿਸਟਮ ਦੇ ਵਿੱਚ ਸਾਰੀ ਪਾਰਟੀਆਂ ਆ ਜਾਂਦੀਆਂ, ਸਾਰੇ ਅਫਸਰ ਆਉਂਦੇ ਆ, ਅਸੀਂ ਖੁਦ ਵੀ ਆਉਂਦੇ, ਲੁਧਿਆਣੇ ਦੇ ਜਨਤਾ ਵੀ ਆਉਂਦੀ ਹੈ। ਕਿਉਂਕਿ ਜਿਹੜਾ ਸਿਸਟਮ ਹੈ ਨਾ, ਇਹ ਇਕੱਲੇ ਇੱਕ ਪੋਲੀਟੀਸ਼ੀਅਨ ਨੇ ਗਲਤ ਨਹੀਂ ਕੀਤਾ, ਇਹ ਇਕੱਲੀ ਇੱਕ ਪਾਰਟੀ ਨੇ ਗਲਤ ਨਹੀਂ ਕੀਤਾ, ਇੱਕ ਅਫਸਰ ਨੇ ਗਲਤ ਨਹੀਂ ਕੀਤਾ, ਇਹ ਇੱਕ ਆਦਮੀ ਲੁਧਿਆਣੇ ਸ਼ਹਿਰ ਦੇ ਇੱਕ ਆਦਮੀ ਨੇ ਗਲਤ ਨਹੀਂ ਕੀਤਾ। ਅਸੀਂ ਸਾਰੇ ਦੋਸ਼ੀ ਹਾਂ ਤੁਨਾ ਜੀ, ਅਸੀਂ ਸਾਰੇ ਦੋਸ਼ੀ ਹਾਂ। ਤੁਸੀਂ ਦੱਸਿਆ ਵੀ 6-7 ਕਰੋੜ ਰੁਪਈਆ ਕੰਪਨੀ ਦਾ ਦੇਣਾ ਸੀ ਨਗਰ ਨਿਗਮ ਨੇ। ਮੈਂ ਕਹਿੰਦਾ 6-7 ਕਰੋੜ ਥੋੜਾ ਵਾ, ਵੱਧ ਬਕਾਇਆ ਰੱਖਣ। ਜਿਸ ਤਰ੍ਹਾਂ ਨਾਲ ਇੱਥੇ ਪ੍ਰੋਸੈਸਿੰਗ ਹੋਈ ਨਹੀਂ ਹੈਗੀ, ਮੇਰਾ ਮੰਨਣਾ ਵੀ ਇਹ ਜਿਹੜਾ ਵੱਡੇ ਅੰਬਾਰ ਲੱਗੇ ਨੇ, ਕੰਪਨੀ ਦੀ ਵੱਡੀ ਗਲਤੀ ਹੈਗੀ ਆ, ਪ੍ਰੋਸੈਸਿੰਗ ਸਲੋ ਹੋਈ ਆ। 6-7 ਕਰੋੜ ਦਾ ਬਹੁਤ, 137 ਕਰੋੜ ਦਿੱਤਾ ਗਿਆ ਵਾ, ਜੁਰਮਾਨਾ ਠੋਕਣਾ ਚਾਹੀਦਾ ਸੀ ਸਮਾਂ ਦੀ, ਕੋਰਟ 'ਚ ਲੈ ਕੇ ਜਾਣੇ ਸੀ ਕੰਪਨੀ ਨੂੰ। ਪੀਪੀਸੀ ਨੇ ਠੋਕਿਆ, 50 ਲੱਖ ਦਾ ਜੁਰਮਾਨਾ ਠੋਕਿਆ। ਸੋ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਡੰਡਾ ਕਿਉਂ ਨਹੀਂ ਚੜਾਇਆ ਇਹਦੇ ਉੱਤੇ? ਕਿਉਂ ਕੰਪਨੀ ਤੋਂ ਅਸੀਂ ਲੋਕ ਸ਼ਾਇਦ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਨਿਗਮ ਨੂੰ ਡਰ ਸੀਗਾ ਕਿ ਯਾਰ ਜੇ ਭੱਜ ਨਾ ਜਾਵੇ, ਜੇ ਇਹ ਭੱਜ ਗਿਆ ਤਾਂ ਇਸ ਤੋਂ ਘੱਟ ਰੇਟ ਤੇ ਸਾਡੇ ਨਾਲ ਕੋਈ ਕੰਮ ਨਹੀਂ ਕਰੇਗਾ। ਔਰ ਵਾਕਈ ਖੜੇ ਪੈਰ ਜੇ ਤੁਸੀਂ ਕਹੋ ਕਿ ਕੰਪਨੀ ਆ ਜਾਵੇ, ਹੁਣ ਅਸੀਂ ਗੱਲ ਕਰਦੇ ਖੜੇ ਪੈਰ ਕੰਪਨੀ ਆ ਜਾਵੇ, ਉਹ ਪ੍ਰੋਸੈਸਿੰਗ ਕਰ ਦੇਵੇ, ਉਹ ਫੱਟੇ ਚੱਕ ਦੇਵੇ, ਸਭ ਕੁਝ ਕਰ ਦੇਵੇ, ਕਿਉਂਕਿ ਲਿਫਟਿੰਗ ਕਰਨੀ ਬੜੀ ਆਸਾਨ ਹੈ ਤੁਨਾ ਜੀ, ਕਲੈਕਸ਼ਨ ਕਰਨੀ ਆਸਾਨ ਹੈ, ਲੇਕਿਨ ਇਹ ਬਹੁਤ ਜ਼ਰੂਰੀ ਹੈ। ਇਹ ਕੂੜੇ ਦੇ ਪਹਾੜ ਖਤਮ ਕਰਨੇ ਬਹੁਤ ਜ਼ਰੂਰੀ ਹੈ। ਐਨਜੀਟੀ ਨੇ ਜੁਰਮਾਨਾ ਲਾਤਾ, ਪੀਪੀਸੀ ਨੇ ਜੁਰਮਾਨਾ ਲਾਤਾ, ਨਗਰ ਨਿਗਮ ਦਾ ਵੀ ਫਰਜ਼ ਬਣਦਾ ਸੀ ਵੀ ਇਸ ਕੰਪਨੀ ਦੇ ਜੁਰਮਾਨਾ ਲਾਉਂਦੀ ਵੀ ਜਿਹੜੇ ਅੰਬਾਰ ਤੁਸੀਂ ਦੇ ਕੇ ਜਾ ਰਹੇ ਹੋ, ਸਾਨੂੰ 45 ਦਿਨ ਦਾ ਨੋਟਿਸ ਦੇ ਕੇ ਜਾ ਰਹੇ ਹੋ, ਇਹ ਖਤਮ ਕਰੋ, ਫਿਰ ਤੁਹਾਨੂੰ ਸੁਣਨ ਚ ਆਇਆ ਕਿ 28 ਫਰਵਰੀ ਤੱਕ ਜੇ ਪ੍ਰੋਸੈਸਿੰਗ ਸ਼ੁਰੂ ਨਹੀਂ ਹੋਈ ਕੂੜੇ ਦੀ ਤਾਂ ਐਨਜੀਟੀ ਵੱਲੋਂ 5 ਲੱਖ ਰੁਪਏ ਦਾ
ਹੋਰ ਜੁਰਮਾਨਾ ਲਗਾਇਆ ਜਾਏਗਾ। ਸੋ ਉਹ ਜੁਰਮਾਨਾ ਕਿਹਦੇ ਤੇ ਲਗਾਇਆ ਜਾਏਗਾ? ਨਗਰ ਨਿਗਮ ਤੇ, ਕਿ ਉਹ ਪੈਸਾ ਵੀ ਜਿਹੜਾ ਹੈਗਾ ਉਹ ਲੋਕਾਂ ਤੇ ਹੀ ਲੱਗਿਆ ਨਾ, ਲੋਕਾਂ ਦੀ ਜੇਬਾਂ ਤੇ ਲੱਗਿਆ ਨਾ। ਸੋ ਵੈਲਿਊ ਸਮਝਣੀ ਚਾਹੀਦੀ ਹੈ ਤੁਨਾ ਜੀ। ਸ਼ਹਿਰ ਦੀ ਤਰੱਕੀ ਵੱਡੀ ਵੱਡੀ ਬਿਲਡਿੰਗਾਂ ਬਣਾਉਣ ਨਾਲ, ਵੱਡੇ ਵੱਡੇ ਫਲਾਈਓਵਰ ਬਣਾਉਣ ਨਾਲ ਜਾਂ ਪਾਰਕ ਬਣਾਉਣ ਨਾਲ ਸ਼ਹਿਰ ਦੀ ਤਰੱਕੀ ਨਹੀਂ ਹੁੰਦੀ। ਸ਼ਹਿਰ ਦੀ ਤਰੱਕੀ, ਸ਼ਹਿਰ ਦੀ ਅਸਲੀ ਤੁਸੀਂ ਦੇਖਦੇ ਪਏ, ਸ਼ਹਿਰ ਦੀ ਤਰੱਕੀ ਕਰਨੀ ਹੈ ਤਾਂ ਇੱਧਰ ਧਿਆਨ ਦਿਓ, ਗੰਦੇ ਨਾਲੇ ਵੱਲ ਧਿਆਨ ਦਿਓ, ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਾਓ, ਇੰਡਸਟਰੀ ਲੈ ਕੇ ਆਓ ਜੇ ਸ਼ਹਿਰ ਦੀ ਤਰੱਕੀ ਕਰਨੀ ਹੈ। ਕੀਤੇ ਵੀ ਜਿਹੜੀ ਨਗਰ ਨਿਗਮ ਇਹ ਵਿਚਾਰ ਕਰਦੀ ਆ ਵੀ ਅਲੱਗ-ਅਲੱਗ ਠੇਕੇ ਦਿੱਤੇ ਜਾਣ, ਸਾਰੇ ਕਲੈਕਸ਼ਨ ਦੇ ਅਲੱਗ, ਲਿਫਟਿੰਗ ਦੇ ਅਲੱਗ ਤੇ ਪ੍ਰੋਸੈਸਿੰਗ ਦੇ ਅਲੱਗ, ਤੇ ਨਾਲ ਇਹ ਜ਼ਰੂਰੀ ਕੀਤਾ ਜਾਵੇ ਵੀ ਜੇ ਪ੍ਰੋਸੈਸਿੰਗ ਨਹੀਂ ਹੁੰਦੀ ਤਾਂ ਕੰਪਨੀ ਦੇ ਉੱਤੇ ਇੰਨਾ ਜੁਰਮਾਨਾ ਠੋਕੇ ਜਾਊਗਾ। ਇਹ ਜ਼ਰੂਰੀ ਹੈ ਨਾ? ਇਹ ਤੁਨਾ ਜੀ ਬਿਲਕੁਲ ਹੋਣਾ ਚਾਹੀਦਾ, ਤੁਨਾ ਜੀ ਹੋਣਾ ਚਾਹੀਦਾ। ਇਹ ਟੈਂਡਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ, ਇਹ ਸ਼ਰਤਾਂ ਰੱਖਣੀਆਂ ਚਾਹੀਦੀਆਂ ਵਾ। ਦੇਖੋ ਸਭ ਤੋਂ ਬੜੀ ਗੱਲ ਇਹ ਹੈ, ਮੈਂ ਗੱਲ ਦੱਸਣਾ ਚਾਹੂੰਗਾ ਕਿ ਇੰਦੌਰ ਬਾਰੇ ਮੈਂ ਇੱਕ ਜ਼ਿਕਰ ਕਰਨਾ ਚਾਹੂੰਗਾ। ਇੰਦੌਰ ਦਾ ਮੈਂ ਜ਼ਿਕਰ ਇਸ ਲਈ ਕਰਨਾ ਚਾਹੂੰਗਾ ਕਿਉਂਕਿ ਇੰਦੌਰ ਨਗਰ ਨਿਗਮ ਜਿਹੜਾ ਹੈਗਾ ਵਾ ਉਹ ਇੰਡੀਆ ਦਾ ਬੈਸਟ ਨਗਰ ਨਿਗਮ ਮੰਨਿਆ ਗਿਆ, ਔਰ ਉਹ ਮੰਨਿਆ ਵੀ ਜਾਣਾ ਚਾਹੀਦਾ। ਮੈਂ ਇੰਦੌਰ ਖੁਦ ਵੀ ਹੋ ਕੇ ਆਇਆ, ਮੈਂ ਦੇਖਿਆ ਉੱਥੋਂ ਦੇ ਡੰਪ ਦੇਖੇ ਆ। ਇਸ ਸਾਲਾਂ 'ਚ ਡੰਪ ਨਹੀਂ ਹੈ, ਜਦਕਿ ਉੱਥੇ ਵੀ ਇੰਨਾ ਹੀ ਮੇਰੇ ਖਿਆਲ ਨਾਲ ਅਗਰ ਇੱਥੇ 1100 ਮੈਟ੍ਰਿਕ ਟਨ ਕੂੜਾ ਰੋਜ਼ ਆ ਰਿਹਾ ਨਾ, ਤਾਂ ਉੱਥੇ 1200 ਮੈਟ੍ਰਿਕ ਟਨ ਕੂੜਾ ਰੋਜ਼ ਆ ਰਿਹਾ ਕਿ ਉੱਥੇ ਇਸ ਤਰੀਕੇ ਨਾਲ ਪਹਾੜ ਨਹੀਂ ਹੈ ਦੋਸਤ। ਉੱਥੇ ਬੜੇ ਵਧੀਆ ਤਰੀਕੇ ਦੇ ਨਾਲ ਸੁੱਕੇ ਕੂੜੇ ਨੂੰ ਇੱਕ PPP ਮੋਡ ਦੇ ਨਾਮ ਇੱਕ ਕੰਪਨੀ ਹੈ ਨੈਪਰਾ, ਉਹਨੇ ਕੰਟਰੈਕਟ ਲਿੱਤਾ ਹੋਇਆ ਵਾ ਨਗਰ ਨਿਗਮ ਇੰਦੌਰ ਤੋਂ। ਉਹ ਕੰਪਨੀ ਜਿਹੜੀ ਹੈਗੀ ਹੈ ਉਲਟਾ, ਜਿਵੇਂ ਅਸੀਂ 9 ਸਾਲਾਂ ਦੇ ਵਿੱਚ ਕੋਈ 37 ਕਰੋੜ ਰੁਪਇਆ ਅਸੀਂ ਡੇ ਟੂ ਜ਼ੈਡ ਕੰਪਨੀ ਨੂੰ ਦੇ ਦਿੱਤਾ ਨਾ, ਉਹ ਕੰਪਨੀ ਉਲਟਾ ਕਾਰਪੋਰੇਸ਼ਨ ਨੂੰ 1 ਕਰੋੜ ਤੋਂ ਸਵਾ ਕਰੋੜ ਦੇ ਕਰੀਬ ਦੇ ਰਹੀ ਹੈ ਹਰ ਸਾਲ। ਇਹ ਬੜੀ ਵੱਡੀ ਗੱਲ ਹੈ ਕਿ ਇੱਕ ਕੰਪਨੀ ਲੁਧਿਆਣੇ ਦੇ ਵਿੱਚ ਅਸੀਂ 9 ਸਾਲਾਂ 'ਚ 37 ਕਰੋੜ ਰੁਪਇਆ ਦੇ ਦਿੱਤਾ, ਅਸੀਂ ਪਰ ਸਾਲ 12 ਤੋਂ 13 ਕਰੋੜ ਰੁਪਇਆ ਇੱਥੇ ਪ੍ਰੋਸੈਸਿੰਗ ਦਾ, ਲਿਫਟਿੰਗ ਦਾ ਦੇ ਰਹੇ ਹਾਂ। ਲੇਕਿਨ ਉਹ ਕੰਪਨੀ ਜਿਹੜੀ ਹੈਗੀ ਹੈ PP ਮੋਡ ਦੇ ਹਿਸਾਬ ਦੇ ਨਾਲ, ਉਹ ਕੰਪਨੀ ਉਲਟਾ ਨਗਰ ਨਿਗਮ ਨੂੰ ਕਰੋੜ ਸਵਾ ਕਰੋੜ ਦੇ ਕਰੀਬ ਉਲਟਾ ਹਰ ਸਾਲ ਦੇ ਰਹੀ ਹੈ। PPP ਮੋਡ ਮਤਲਬ ਕਿ ਮੈਂ ਐਗਜ਼ਾਮਪਲ ਦੇਣਾ ਚਾਹੂੰਗਾ ਇਹ ਕੰਪਨੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਜਿਵੇਂ ਲੁਧਿਆਣੇ ਸ਼ਹਿਰ ਦੇ ਵਿੱਚ ਟਾਟਾ ਕੰਪਨੀ ਆਈ, ਉਹਨੇ ਨਗਰ ਨਿਗਮ ਨਾਲ ਕਰਾਰ ਕੀਤਾ ਕਿ ਤੁਹਾਡੇ ਕਾਰਪੋਰੇਸ਼ਨ ਦੇ ਏਰੀਆ ਦੇ ਵਿੱਚ ਅਸੀਂ ਲਾਈਟਸ ਬਦਲ ਦਿਆਂਗੇ। ਉਹਨਾਂ ਨੇ 100 ਵਾਟ ਦੀ ਪੀਲੀ ਲਾਈਟ ਲਾ ਕੇ LED ਚਿੱਟੀ ਲਾਈਟ 50 ਵਾਟ ਦੀ ਲਾਤੀ। ਉਹ ਜਿਹੜੀ ਕੰਜ਼ੰਪਸ਼ਨ ਦਾ ਹੇਰ ਫੇਰ ਹੈ, ਉਹ ਪੁਰਾਣਾ ਡਿਫਰੈਂਸ ਤੇ ਨਵੇਂ ਡਿਫਰੈਂਸ ਦੇ ਹਿਸਾਬ ਦੇ ਨਾਲ ਉਹ ਪੈਸਾ ਟਾਟਾ ਆਪ ਰੱਖੇਗੀ। ਉਲਟਾ 7 ਸਾਲਾਂ ਤੋਂ 8 ਸਾਲਾਂ ਦਾ ਕੰਟਰੈਕਟ ਹੈ, ਕਾਰਪੋਰੇਸ਼ਨ ਨੂੰ ਪੈਸਾ ਦੇਗੀ। ਸੋ ਇਹੀ ਸਿਸਟਮ ਉੱਥੋਂ ਦੀ ਕੰਪਨੀ ਨੇ ਅਪਣਾਇਆ। ਮੈਂ ਬੜਾ ਹੈਰਾਨ ਹੋਇਆ ਕਿ ਉਹ ਕੰਪਨੀ ਜਿਹੜੀ ਸੀਗੀ PPP ਮੋਡ ਜਿਹੜੀ ਕੰਪਨੀ ਹੈਗੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਉੱਤੇ ਉਹ ਕੰਪਨੀ ਚੱਲਦੀ ਪਈ ਹੈ, ਔਰ ਉਹਦੇ ਨਾਲ ਲਗਭਗ ਉਹ ਕੂੜਾ ਜਿਹੜਾ ਹੈਗਾ ਜਿਸ ਤਰੀਕੇ ਨਾਲ ਕੰਮ ਕਰਦੀ ਪਈ ਹੈ, ਗਿੱਲੇ ਕੂੜੇ ਤੋਂ ਉਹ ਜਿਹੜੀ ਖਾਦ ਬਣਾਉਂਦੀ ਪਈ ਹੈ, ਕਿਸਾਨ ਲੈਂਦੇ ਪਏ ਹੈ, ਸੁੱਕੇ ਗਿੱਲੇ ਕੂੜੇ 'ਚ ਉਹ ਫਿਊਲ ਬਣਾਉਂਦੀ ਪਈ ਹੈ, ਫਿਊਲ ਉਹ ਬਾਹਰ ਦੇ ਰਹੀ ਹੈ। ਲੇਕਿਨ ਇੱਥੋਂ ਦੀ ਕੰਪਨੀ ਦਾ ਕਹਿਣਾ ਸੀਗਾ ਕਿ ਸਾਨੂੰ ਫਿਊਲ ਜਿਹੜਾ ਹੈਗਾ ਵਾ ਉਹ ਇੰਡਸਟਰੀ ਵਾਲੇ ਇੱਥੇ ਕੋਲ ਲੈਣਾ ਹੀ ਨਹੀਂ ਚਾਹੁੰਦੇ, ਕੋਈ ਚੱਕਣਾ ਹੀ ਨਹੀਂ ਚਾਹੁੰਦੇ, ਉਹ ਕਾਰਪੋਰੇਸ਼ਨ ਸਾਡੇ ਕੋਲੋਂ ਚਕਵਾਵੇ, ਕਾਰਪੋਰੇਸ਼ਨ ਬਕਾਵੇ। ਸੋ ਕਿਤੇ ਨਾ ਕਿਤੇ ਉਹ ਗਾਜ ਉਹਦੇ ਤੇ ਸੁੱਟਦਾ, ਉਹ ਗਾਜ ਉਹਦੇ ਸੁੱਟਦਾ, ਔਰ ਨੁਕਸਾਨ ਲੁਧਿਆਣੇ ਸ਼ਹਿਰ ਦੀ ਜਨਤਾ ਦਾ ਹੋ ਰਿਹਾ ਹੈ। ਇਹ ਮਨਾਲੀ ਦੇ ਪਹਾੜ, ਇਹ ਮਸੂਰੀ ਦੇ ਪਹਾੜ ਬਣ ਚੁੱਕੇ ਹੋਏ ਹੈ। ਔਰ ਇਹ ਕੂੜਾ ਅਗਰ 4 ਤੋਂ 5 ਸਾਲ ਪਹਿਲਾਂ, ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਕੰਪਨੀ ਨੂੰ ਪੁੱਛਿਆ ਸੀ ਕਿੰਨੇ ਸਾਲ ਲੱਗਣਗੇ ਇਸ ਕੂੜੇ ਦੀ ਪ੍ਰੋਸੈਸਿੰਗ ਵਾਸਤੇ, ਇਹ ਸਾਰੇ 15 ਲੱਖ ਮੈਟ੍ਰਿਕ ਟਨ, ਹੁਣ ਤਾਂ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਵਾ, ਕਿੰਨਾ ਟਾਈਮ ਲੱਗੇਗਾ? ਤਾਂ ਉਹਦਾ ਕਹਿਣਾ ਸੀ ਅਗਰ 3 ਤੋਂ 4 ਸਾਲ ਲੱਗਣਗੇ, ਉਹ ਵੀ ਅਗਰ ਦਿਨ ਰਾਤ ਪ੍ਰੋਸੈਸਿੰਗ ਹੋਏਗੀ। ਸੋ ਮੇਰੀ ਬੇਨਤੀ ਹੈ ਨਗਰ ਨਿਗਮ ਨੂੰ ਕਿ ਅਗਰ ਅਸੀਂ ਅਲੱਗ-ਅਲੱਗ, ਮੈਂ ਤੁਹਾਡੀ ਗੱਲ ਤੇ ਆ ਰਿਹਾ, ਅਸੀਂ ਅਲੱਗ-ਅਲੱਗ ਅਗਰ ਅਸੀਂ ਕਲੈਕਸ਼ਨ ਦਾ ਠੇਕਾ ਅਲੱਗ, ਲਿਫਟਿੰਗ ਦਾ ਠੇਕਾ ਅਲੱਗ, ਤੇ ਅਗਰ ਅਸੀਂ ਪ੍ਰੋਸੈਸਿੰਗ ਠੇਕਾ ਅਲੱਗ ਦੇਵਾਂਗੇ ਤਾਂ ਬਹੁਤ ਜ਼ਬਰਦਸਤ ਬੋਝ ਬਣਨ ਵਾਲਾ ਹੈ। ਕਿਉਂਕਿ ਖੁਦ ਕਾਰਪੋਰੇਸ਼ਨ ਮੰਨਦੀ ਹੈ ਕਿ A to Z ਜਿੰਨੇ ਘੱਟ ਪੈਸੇ ਕੰਮ ਕਰਦੀ ਵੀ ਸੀ, ਕੋਈ ਕੰਪਨੀ ਕੰਮ ਨਹੀਂ ਕਰੇਗੀ। ਹੁਣ ਜਿਹੜੀ ਕੰਪਨੀ ਕੰਮ ਕਰੇਗੀ, ਠੀਕ ਹੈ ਜੀ, ਉਹ ਕੰਪਨੀ ਪਲੱਸ 'ਚ ਨਹੀਂ ਮਲਟੀਪਲਾਈ 'ਚ ਪੈਸੇ ਲਏਗੀ। ਮਲਟੀਪਲਾਈ ਸੋਚ ਕੇ ਦੇਖੋ, ਜੇ ਅਸੀਂ 9 ਸਾਲਾਂ 'ਚ 37 ਕਰੋੜ ਦਿੱਤਾ ਸੀਗਾ, ਇਹਨੂੰ ਮਲਟੀਪਲਾਈ ਕਰ ਲਓ ਅਗਲੇ 9 ਸਾਲਾਂ ਨਾਲ ਕਿੰਨਾ ਬਣ ਜਾਏਗਾ। ਸੋ ਇਹ ਸੋਚਣ ਦਾ ਵਿਸ਼ਾ ਹੈ। ਸੋ ਮੈਂ ਚਾਹੂੰਗਾ, ਮੇਰੀ ਇਹ ਸੋਚ ਹੈ ਕਿ ਜਿਵੇਂ ਨਗਰ ਨਿਗਮ ਨੇ ਪਿਛਲੇ ਕਈ ਸਾਲਾਂ ਤੋਂ ਗੰਦਾ ਨਾਲਾ ਖੁਦ ਸਾਫ਼ ਨਹੀਂ ਕਰਦੀ ਪਈ ਸੀ। ਗੰਦਾ ਨਾਲਾ ਪਹਿਲਾਂ ਪ੍ਰਾਈਵੇਟ ਕੰਪਨੀ ਤੋਂ ਕਰਾਉਂਦੀ ਸੀ, ਲਗਭਗ ਕਰੋੜ ਰੁਪਏ ਦਾ ਖਰਚਾ ਉਹ ਕੰਪਨੀ ਹਰ ਸਾਲ ਪੈਸੇ ਲੈ ਲੈਂਦੀ, 1 ਕਰੋੜ ਦੇ ਕਰੀਬ। ਤੇ ਪਿਛਲੇ ਸਾਲ ਨਗਰ ਨਿਗਮ ਨੇ ਖੁਦ ਗੰਦਾ ਨਾਲਾ ਸਾਫ਼ ਕੀਤਾ ਤੇ ਖਰਚਾ ਮਾਤਰ 20 ਤੋਂ 25 ਲੱਖ ਦੇ ਵਿੱਚ ਆਇਆ। ਤੇ ਜੇ ਜਿਹੜੀ ਲਿਫਟਿੰਗ ਹੈ, ਚਲੋ ਪ੍ਰੋਸੈਸਿੰਗ ਨਗਰ ਨਿਗਮ ਨੂੰ ਨਹੀਂ ਆ ਸਕਦੀ, ਨਹੀਂ ਇੱਥੇ ਕਰ ਸਕਦੀ, ਦਿਨ ਤਿਉਹਾਰ ਆਉਂਦੇ ਛੁੱਟੀਆਂ ਮਾਰ ਲੈਣਗੇ ਜੇ ਨਗਰ ਨਿਗਮ ਦੇ ਬੰਦੇ ਹੋਣਗੇ, ਲੇਕਿਨ ਲਿਫਟਿੰਗ ਤਾਂ ਕਰ ਸਕਦੀ ਹੈ ਨਾ। ਇਹ ਕਾਰਪੋਰੇਸ਼ਨ ਜਿੱਥੇ ਪੈਸੇ ਬਚਾ ਸਕਦੀ ਉਹ ਬਚਾਵੇ, ਲਿਫਟਿੰਗ ਖੁਦ ਕਰੇ। ਕਲੈਕਸ਼ਨ ਵੈਸੇ ਬੰਦੇ ਪਹਿਲਾਂ ਪਤਾ ਹੀ ਆਪਾਂ ਨੂੰ ਜਿਹੜੇ ਕਰਦੇ ਪਏ, ਘਰੋਂ ਤੋਂ ਪੈਸੇ ਲੈਂਦੇ ਪਏ ਹੈਗੇ ਆ। ਸੋ ਉਹਦੇ ਨਾਲ ਸਾਡੇ ਸਿਸਟਮ ਨੂੰ ਸਖਤ ਹੋਣਾ ਪਏਗਾ, ਲੋਕਾਂ ਨੂੰ ਜ਼ਿੰਮੇਵਾਰੀ ਸਮਝਣੀ ਪਏਗੀ, ਅਫਸਰਾਂ ਨੂੰ ਖਾਸ ਕਰ ਜ਼ਿੰਮੇਵਾਰੀ ਸਮਝਣੀ ਪਏਗੀ। ਜਿਹੜਾ ਪੈਸਾ ਅਸੀਂ ਜੁਰਮਾਨੇ ਦੇ ਤੌਰ ਤੇ PPC ਨੂੰ ਭਰਿਆ ਵਾ 1.5 ਕਰੋੜ ਰੁਪਏ ਦੇ ਕਰੀਬ, ਮੈਂ ਦੱਸਣਾ ਚਾਹੂੰਗਾ 1.5 ਕਰੋੜ ਰੁਪਏ ਦੇ ਕਰੀਬ ਸਾਡਾ ਨਗਰ ਨਿਗਮ ਜਿਹੜਾ ਹੈਗਾ ਵਾ ਉਹ ਫਾਈਨ ਭਰ ਚੁੱਕਿਆ PPC ਨੂੰ। ਉਹ ਫਾਈਨ ਕਿਸ ਚੀਜ਼ ਦਾ ਭਰਿਆ ਉਹਨੇ? ਉਹ ਫਾਈਨ ਭਰਿਆ ਉਹਨੇ, ਇੱਕ ਤਾਂ ਕੰਪੇਅਰ ਕਿੱਟ ਬਣਾਉਣੀ ਸੀ ਉਹਨੇ ਪਾਰਕਾਂ ਦੇ ਵਿੱਚ, 922 ਪਾਰਕਾਂ ਦੇ ਵਿੱਚ ਕੰਪੋਸਟ ਕਿੱਟ ਬਣਾਉਣੀ ਸੀ, ਉਹ ਬਣਾਈ ਨਹੀਂ। ਉਸ ਤੋਂ ਕੰਪੈਕਟਰ ਦੇ ਲੂਪ ਜਿਹੜੇ ਕਹਿੰਦੇ 18 ਕੰਪੈਕਟਰ ਲੱਗਣ ਜਾ ਰਹੇ ਆ ਲੁਧਿਆਣੇ ਸ਼ਹਿਰ ਦੇ ਵਿੱਚ,
ਜਿਹੜੇ 18 ਕੰਪੈਕਟਰ ਦੇ ਵਿੱਚੋਂ 4-5 ਨਗਰ ਨਿਗਮ ਗੱਲ ਕਰਦਾ ਉਹਦੇ 'ਚੋਂ ਵੀ 2 ਚੱਲਦੇ ਪਏ ਹੋਣਗੇ। ਉਹਨਾਂ ਵਾਸਤੇ ਟ੍ਰੇਨਡ ਸਟਾਫ ਦੀ ਵੀ ਹਲੇ ਉਹ ਕਹਿੰਦੇ ਹੌਲੀ ਹੌਲੀ ਸਿੱਖ ਜਾਣਗੇ ਕੰਮ ਜਿਵੇਂ ਜਿਵੇਂ ਕਰਨਗੇ। ਸੋ ਉੱਥੇ ਕੰਪੈਕਟਰਾਂ ਦੇ ਲੂਪ ਚਾਹੀਦੇ ਸੀਗੇ। ਉਸ ਤੋਂ ਇਲਾਵਾ ਡੋਰ ਟੂ ਡੋਰ 100% ਸੈਗੀਗੇਸ਼ਨ ਨਹੀਂ ਹੋਈ ਹੈਗੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਈਆਂ ਤਾਂ ਪੀਪੀਸੀ ਨੇ ਸਾਡੇ ਕਾਰਪੋਰੇਸ਼ਨ ਤੋਂ ਉਹਨੂੰ ਜੁਰਮਾਨਾ ਲਾਇਆ ਕੋਈ ਕਰੋੜ ਤੋਂ 1.5 ਕਰੋੜ ਦਾ, ਕਦੀ 75 ਲੱਖ 22 ਲੱਖ 50 ਲੱਖ, ਇਸ ਤਰ੍ਹਾਂ ਕਰਕੇ ਕਰੋੜ ਤੋਂ 1.5 ਕਰੋੜ ਜੁਰਮਾਨਾ ਹੈ। ਉਸੇ ਤਰੀਕੇ A to Z ਕੰਪਨੀ ਨੂੰ ਪੀਪੀਸੀ ਨੇ ਲਾਕਡਾਊਨ ਦੇ ਵਿੱਚ ਪ੍ਰੋਸੈਸਿੰਗ ਸਹੀ ਨਾ ਕਰਦੇ ਹੋਏ 50 ਲੱਖ ਦਾ ਜੁਰਮਾਨਾ ਲਗਾਇਆ। ਉਹ ਭਾਰ ਜਿਹੜਾ ਸਾਰਾ ਹੈਗਾ ਵਾ ਉਹ ਕਿੰਦੀ ਜੇਬਾਂ ਤੇ ਪੈ ਰਿਹਾ, ਲੋਕਾਂ ਦੀ ਜੇਬਾਂ ਤੇ ਪੈ ਰਿਹਾ। ਤੁਨਾ ਜੀ ਇਹ A to Z ਨਾਲ ਜਿਹੜਾ ਇਕਰਾਰ ਸੀਗਾ ਨਗਰ ਨਿਗਮ ਦਾ, ਇਹ ਸਾਲ ਬਾਅਦ ਨਵਾਂ ਹੁੰਦਾ ਜਾਂ ਇਕੱਠਾ ਹੀ 10-12 ਸਾਲ ਦਾ ਇਕੱਠਾ ਕਰਤਾ ਸੀ? ਵੈਸੇ ਰੂਲ ਤਾਂ ਇਹੀ ਹੈ, 1 ਸਾਲ ਦਾ ਹੀ ਹੁੰਦਾ ਹੈ। ਦੇਖੋ ਇਹ 1 ਸਾਲ ਦਾ ਹੀ ਹੁੰਦਾ ਹੋਏਗਾ। 1 ਸਾਲ ਦਾ ਜੋ ਮੈਨੂੰ ਵੀ ਖਬਰ ਹੈ ਕਿ 1 ਸਾਲ ਦਾ ਹੀ ਸੀਗਾ। ਦੇਖੋ ਉਹਨਾਂ ਨੇ 45 ਦਿਨ ਦਾ ਉਹ ਕਹਿੰਦੇ ਪਏ ਅਸੀਂ ਨੋਟਿਸ ਦਿੱਤਾ ਵਾ। ਹੁਣ 45 ਦਿਨ ਦਾ ਨੋਟਿਸ ਦਿੱਤਾ ਵਾ। ਉਸ ਤੋਂ ਬਾਅਦ ਕਾਰਪੋਰੇਸ਼ਨ ਨੇ ਉਦੋਂ ਧਿਆਨ ਨਹੀਂ ਦਿੱਤਾ, ਅਣਗਹਿਲੀ ਕੀਤੀ। ਨਹੀਂ ਸਵਾਲ ਇਹ ਉੱਠਦਾ ਵਾ, ਚਲੋ ਮੰਨ ਲਓ ਤੁਸੀਂ 1 ਸਾਲ ਬਾਅਦ ਰੀਨਿਊ ਕਰਦੇ ਹੋ, ਤੁਸੀਂ ਇੱਕ ਕੰਟਰੈਕਟ ਕਰ ਰਹੇ ਹੋ ਕਿਸੇ ਕੰਪਨੀ ਨਾਲ, ਜੋ ਕੰਪਨੀ ਸਹੀ ਕੰਮ ਨਹੀਂ ਕਰਦੀ ਤੁਸੀਂ ਨਵੀਂ ਕੰਪਨੀ ਲਾਉਂਦੇ ਜਾਂ ਉਹਨੂੰ ਤਾੜਨਾ ਕਰਦੇ ਹੋ। ਜੇ ਇੱਥੇ ਪ੍ਰੋਸੈਸਿੰਗ ਨਹੀਂ ਹੋਈ ਸੀ ਤਾਂ 11 ਸਾਲ ਕੰਟੀਨਿਊ ਕਿਵੇਂ ਕਰੀ ਗਏ ਉਸ ਕੰਟਰੈਕਟ ਨੂੰ? ਕੀ ਸੀ ਇਹਦੇ ਮਗਰ, ਕੀ ਝੋਲ ਕੀ ਹੈਗਾ ਇਹਦੇ ਮਗਰ? ਇਹ ਤਾਂ ਕਾਰਪੋਰੇਸ਼ਨ ਦੱਸ ਸਕਦੀ ਹੈ ਇਹ ਸਿਸਟਮ ਕੀ ਸੀਗਾ 11 ਸਾਲਾਂ ਤੋਂ। ਤੁਸੀਂ ਦੇਖੋ ਇਹ ਜਿਹੜਾ ਡੰਪ ਤੁਸੀਂ ਜਗ੍ਹਾ ਦੇਖ ਰਹੇ ਹੋ ਨਾ, ਇਹ ਕੋਈ ਹੁਣ ਦੀ ਨਹੀਂ ਹੈ, ਇਹ 25 ਤੋਂ 30 ਸਾਲਾਂ ਤੋਂ ਕੂੜਾ ਇਕੱਠਾ ਹੋ ਰਿਹਾ। ਲੇਕਿਨ A to Z ਕੰਪਨੀ ਕਦੋਂ ਆਈ ਹੈ? 2011 ਦੇ ਵਿੱਚ। 2011 ਦੇ ਵਿੱਚ ਜਿਹੜਾ ਉਹਨੇ ਕੂੜਾ ਪ੍ਰੋਸੈਸਿੰਗ ਕਰਨੀ ਸ਼ੁਰੂ ਕੀਤੀ ਉਹ ਵੀ ਸਹੀ ਤਰ੍ਹਾਂ ਨਹੀਂ ਕੀਤੀ। ਜਿਹੜੀ 2011 ਤੋਂ ਬਾਅਦ ਕੂੜਾ ਇੱਥੇ ਪਹੁੰਚਿਆ ਉਹਦੀ ਵੀ ਸਹੀ ਤਰ੍ਹਾਂ ਪ੍ਰੋਸੈਸਿੰਗ ਨਹੀਂ ਹੋਈ। ਜੇ ਸਹੀ ਤਰ੍ਹਾਂ ਹੋਈ ਹੁੰਦੀ ਤਾਂ ਅੰਬਾਰ ਨਾ ਹੁੰਦੇ। ਤੇ ਉਸ ਤੋਂ ਪਹਿਲੇ ਵਾਲਾ ਕੂੜਾ ਸਾਰੇ ਸ਼ਹਿਰ ਦਾ, ਲੁਧਿਆਣੇ ਸ਼ਹਿਰ ਦਾ ਕੂੜਾ ਇੱਥੇ ਆ ਰਿਹਾ। ਮੈਨੂੰ ਤਾਂ ਅਧਿਕਾਰੀਆਂ ਤੋਂ ਵੀ ਪਤਾ ਚੱਲਿਆ ਸੀਗਾ ਕਿ ਕੁਝ ਟਾਈਮ ਪਹਿਲੇ, ਕੁਝ ਸਾਲ ਪਹਿਲੇ ਇੱਥੇ ਕੁਝ ਹੋਰ ਵੀ ਲੁਧਿਆਣੇ ਦੇ ਆਲੇ ਦੁਆਲੇ ਦੇ ਸ਼ਹਿਰਾਂ ਦਾ ਵੀ ਕੂੜਾ ਸੁੱਟਿਆ ਜਾ ਰਿਹਾ ਸੀਗਾ। ਔਰ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਹਾਲਤ ਗੜਬੜਾ ਰਹੀ ਹੈ ਤਾਂ ਸਾਡੇ ਨਗਰ ਨਿਗਮ ਨੇ ਉਹਦਾ ਕੂੜਾ ਬੰਦ ਕਰਵਾਇਆ। ਕੀ ਹੋ ਰਿਹਾ ਹੈ? ਇਹ ਕਿੱਥੇ ਸਿਸਟਮ ਸਾਡਾ ਜਾ ਰਿਹਾ ਵਾ? ਇਹ ਚੀਜ਼ਾਂ ਸੋਚਣ ਵਾਲੀਆਂ, ਸਮਝਣ ਵਾਲੀਆਂ, ਦੇਖਣ ਵਾਲੀਆਂ, ਜਾਣਨ ਵਾਲੀਆਂ ਵਾ। ਕਿਉਂ ਸਾਡੇ ਸ਼ਹਿਰ ਦੇ ਲੋਕ ਸੁੱਤੇ ਪਏ ਆ, ਇੰਡਸਟਰੀ ਸੁੱਤੇ ਪਏ ਆ, ਪੋਲੀਟੀਸ਼ੀਅਨ ਸੁੱਤੇ ਪਏ ਆ, ਆਪੋਜੀਸ਼ਨ ਮੈਂ ਹੈਰਾਨ ਹੁੰਨਾ ਚੌਥੇ ਸਾਲ ਇਲੈਕਸ਼ਨ ਵਾਲੇ ਸਾਲ ਹੀ ਕਿਉਂ ਜਾਗਦਾ ਵਾ? ਉਸ ਤੋਂ ਪਹਿਲਾਂ ਕਿਉਂ ਨਹੀਂ? ਆਪੋਜੀਸ਼ਨ ਨੂੰ ਕਦੀ ਯਾਦ ਕਿਉਂ ਨਹੀਂ ਆਈ? ਅੱਜ ਅਗਰ ਆਪੋਜੀਸ਼ਨ, ਮੈਂ ਹਮੇਸ਼ਾ ਕਹਿੰਦਾ ਜੇ ਆਪੋਜੀਸ਼ਨ ਕਮਜ਼ੋਰ ਹੋਏਗੀ ਤਾਂ ਨੈਚੁਰਲੀ ਚੀਜ਼ਾਂ ਇਹ ਹਾਲ ਹੋਏਗਾ। ਆਪੋਜੀਸ਼ਨ ਕੰਮ ਕਰੇ, ਜਨਤਾ ਲਈ ਕੰਮ ਕਰੇ, ਲੋਕਾਂ ਲਈ ਕੰਮ ਨਾ ਕਰੇ। ਜੇ ਅੱਜ ਆਪੋਜੀਸ਼ਨ ਸਟਰੋਂਗ ਹੁੰਦੀ ਤਾਂ ਜਗਰਾਓਂ ਵਾਲਾ ਪੁਲ ਬਣਨ ਤੋਂ ਪਹਿਲਾਂ 45 ਦਾ ਘਪਲਾ ਨਾ ਹੋਇਆ ਹੁੰਦਾ। ਅੱਜ ਆਪੋਜੀਸ਼ਨ ਸਟਰੋਂਗ ਹੁੰਦੀ ਤਾਂ ਖੜੇ ਟਰੈਕਟਰਾਂ ਦੇ ਵਿੱਚ ਜਿਹੜਾ ਡੀਜ਼ਲ ਚੋਰੀ ਹੋਇਆ ਲੱਖਾਂ ਰੁਪਏ ਦੇ ਵਿੱਚ, ਉਹ ਚੋਰੀ ਨਾ ਹੋਇਆ ਹੁੰਦਾ। ਸੋ ਕਿਤੇ ਨਾ ਕਿਤੇ ਆਪ ਇਹੀ ਕੁਝ ਕੀਤਾ ਹੋਵੇ ਉਹ ਕਿਉਂ ਜਾਗਣਗੇ? ਇਹੀ ਤਾਂ ਗੱਲ ਹੈ ਕਾਣੇ, ਇੱਕ ਦੂਜੇ ਦੇ ਕਾਣੇ, ਇੱਕ ਦੂਜੇ ਦੇ ਕਾਣੇ ਹੈ। ਇਹ ਸਿਸਟਮ ਇਹੀ ਤਾਂ ਖਰਾਬ ਹੋਇਆ ਔਰ ਭੁਗਤਣਾ ਪੈਂਦਾ ਪਿਆ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ। ਅੱਜ ਨਾਸੂਰ ਬਣ ਚੁੱਕਿਆ ਗੰਦੇ ਨਾਲੇ ਤੋਂ ਵੱਡਾ। ਮੈਂ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਗੰਦੇ ਨਾਲੇ ਤੋਂ ਵੱਡਾ ਖਤਰਨਾਕ ਇਹ ਡੰਪ, ਇਹ ਚੀਜ਼ ਜੋ ਤੁਸੀਂ ਦੇਖ ਰਹੇ ਹੋ ਇਹ ਨਾਸੂਰ ਹੈ। ਇਹ ਲੁਧਿਆਣੇ ਸ਼ਹਿਰ ਦੀ ਆਬੋ ਹਵਾ ਨੂੰ ਮਿੱਟੀ ਕਰ ਰਿਹਾ, ਖਤਮ ਕਰ ਰਿਹਾ। ਸੋ ਮੇਰੀ ਬੇਨਤੀ ਹੈ ਆਪਣੇ ਲੁਧਿਆਣੇ ਦੇ ਸਿਸਟਮ ਤੋਂ, ਲੋਕਾਂ ਤੋਂ ਕਿ ਪਲੀਜ਼ ਜਾਗੋ ਤੇ ਜਗਾਓ। ਸੋ ਇਹ ਸਨ ਕੁਮਾਰ ਗੌਰਵ ਜਿਹੜੇ ਸੱਚਾ ਯਾਦਵ ਟੀਮ ਦੇ ਮੁਖੀ ਹੈਗੇ ਨੇ। ਸੋ ਉਹਨਾਂ ਨੇ ਸਾਰੀ ਸਾਨੂੰ ਕਹਾਣੀ ਦੱਸੀ ਹੈ ਕਿਵੇਂ ਅੰਦੌਰ ਦੇ ਵਿੱਚ ਨਗਰ ਨਿਗਮ ਨੂੰ ਇੱਕ ਕੰਪਨੀ ਕਮਾ ਕੇ ਦੇ ਰਹੀ ਹੈ ਤੇ ਅਸੀਂ ਇੱਥੇ ਜੋ ਕਿਵੇਂ ਕਿਸ ਹਿਸਾਬ ਨਾਲ 12-13 ਕਰੋੜ ਰੁਪਈਆ ਅਸੀਂ A to Z ਕੰਪਨੀ ਨੂੰ ਦੇ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਹੈਗੇ ਨੇ। ਸੋ ਕੰਪਨੀ ਦਾ ਇਕਰਾਰ ਹੁੰਦਾ, ਕੰਪਨੀ ਕੰਮ ਨਹੀਂ ਕਰਦੀ, ਪ੍ਰੋਸੈਸਿੰਗ ਨਹੀਂ ਕਰਦੀ ਤਾਂ ਇਕਰਾਰ ਬੰਦ ਕਰ ਦੇਣਾ ਚਾਹੀਦਾ ਸੀ। ਕੋਈ ਕੰਪਨੀ ਨੂੰ ਜੁਰਮਾਨਾ ਠੋਕਣਾ ਚਾਹੀਦਾ ਸੀ, ਪਰ ਉਲਟਾ ਕੰਪਨੀ ਨੇ ਨਗਰ ਨਿਗਮ ਨੂੰ ਅੱਖਾਂ ਦਿਖਾਈਆਂ। ਅੱਖਾਂ ਦਿਖਾ ਕੇ 45 ਦਿਨ ਦਾ ਅਲਟੀਮੇਟਮ ਦੇ ਕੇ ਆਪਣਾ ਜਿਹੜਾ ਉਹ ਕੰਮ ਹੈ ਉਹ ਬੰਦ ਕਰ ਦਿੱਤਾ। ਸੋ ਜਿਹੜਾ ਨਗਰ ਨਿਗਮ ਹੈ ਹੁਣ ਨਵੇਂ ਬੰਦੇ ਲੱਭ ਰਿਹਾ ਹੈ। ਨਵੇਂ ਬੰਦੇ ਮੈਨੂੰ ਲੱਗਦਾ A to Z ਕੰਪਨੀ ਤੋਂ ਘੱਟ ਪੈਸੇ ਤੇ ਆਉਣਗੇ। ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਨੂੰ ਜਿਹੜਾ ਉਹ ਭਰਨਾ ਪਏਗਾ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।